are you on regular bail? Yeah, I'm regular bail from Supreme Court. Yeah, I'm regular bail from Supreme Court. Yeah, I'm regular bail from Supreme Court. I am not bound to answer any of your questions. Whatever you want to ask, you ask from the court. I am not bound to answer any of your questions. Whatever you want to ask, you ask from the court. मैं तो किडनी कार्ड पहले भी कवर करता रहा हूँ, मैं तो 6 साल पहले भी किया था। Working like an agent of Dr. Pankaj Trivedi. Working like an agent of Dr. Pankaj Trivedi. Sir, I'm not talking about. That brother Praveen is an employee of Pankaj Trivedi. That also I know very well. तो बताइए सर कि मतलब ये आपने मतलब क्या सुप्रीम कोर्ट में आपने ऐसा कहा कि हमें रेगुलर बेल मिल चुकी है, जबकि ट्रायल कोर्ट तो कहते मैंने क्या कहा, you can go and check the record. we have already checked it, we have gone through the judgment. You have already checked and you know. Then why you, तो आपने झूठ क्यों बोला सर? मेरा सवाल ये है, मतलब इतना What सेंसिटिव you है। are asking me? I'm asking you, आपने मिसलेड क्यों किया कोर्ट? ਜਲੰਧਰ ਦੀ ਆਪਾਂ ਗੱਲ ਕਰੀਏ ਤੇ ਕੁਝ ਸਾਲ ਪਹਿਲੇ ਨਾ ਕੇਵਲ ਜਲੰਧਰ ਬਲਕਿ ਪੂਰੇ ਦੇਸ਼ ਨੂੰ ਇੱਕ ਇਹੋ ਜਿਹੇ ਕਾਂਡ ਨੇ ਹਿਲਾ ਕੇ ਰੱਖ ਦਿੱਤਾ ਵੀ ਜਿਸ ਦੇ ਨਾਲ ਪੂਰਾ ਦਾ ਪੂਰਾ ਸਿਸਟਮ ਹਿਲ ਕੇ ਰਹਿ ਗਿਆ। ਸਾਡਾ ਜਿਹੜਾ ਹੈਲਥ ਸਿਸਟਮ ਸੀਗਾ, ਕਿਡਨੀ ਕਾਂਡ। ਇਸ ਕਾਂਡ ਦੇ ਵਿੱਚ ਅਹਿਮ ਇੱਕ ਨਾਮ ਉੱਭਰ ਕੇ ਸਾਹਮਣੇ ਆਇਆ। ਜਲੰਧਰ ਦੇ ਇੱਕ ਬਹੁਤ ਹੀ ਮਸ਼ਹੂਰ ਡਾਕਟਰ ਰਾਜੇਸ਼ ਅਗਰਵਾਲ ਦਾ ਜਿਹੜੇ ਕਿ ਇਸ ਵੇਲੇ ਮੌਜੂਦਾ ਟਾਈਮ ਦੇ ਉੱਪਰ ਮਾਨਯੋਗ ਅਦਾਲਤ ਵੱਲੋਂ ਜ਼ਮਾਨਤ ਦੇ ਉੱਪਰ ਚੱਲ ਰਹੇ। ਇਹਨਾਂ ਦੀ ਇਸ ਜ਼ਮਾਨਤ ਨੂੰ ਲੈ ਕੇ ਕਈ ਇਦਾਂ ਦੀਆਂ ਗੱਲਾਂ ਸਾਹਮਣੇ ਆਈਆਂ ਚੌਂਕਾਉਣ ਵਾਲੀਆਂ ਵੀ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਏਗੀ। जुलाई की गल है 2015 जी, है ना, 6 साल पुरानी गल है जी। उदों की होया कि अचानक ही एकदम तो हलचल मची और पता लगा जी को किडनी बेचते बंदे फड़े गए जी, किडनी बेचन आए थे बंदे यूपी तो वो फड़े गए है। ये मामला सीगा डॉक्टर राजेश अग्रवाल जिहड़े कि बड़े सीनियर यूरोलॉजिस्ट हैं और किडनी के ट्रांसप्लांट के बड़े तगड़े माहिर। उन्होंने पूरे हिंदुस्तान च बहुत तूती बोलती उन्होंने। ਜਿਹੜਾ ਹੋਟਾ ਐਕਟ ਹੈ ਇੱਕ ਟ੍ਰਾਂਸਪਲਾਂਟੇਸ਼ਨ ਆਫ ਹਿਊਮਨ ਆਰਗਨਸ ਐਂਡ ਟਿਸ਼ੂਜ਼, ਉਸ ਐਕਟ ਦੇ ਵਿੱਚ ਸਾਫ਼-ਸਾਫ਼ ਇਹ ਲਿਖਿਆ ਗਿਆ ਸੀ ਕਿ ਅੱਖਾਂ ਤੋਂ ਲੈ ਕੇ ਕਿਡਨੀ, ਲੀਵਰ, ਦਿਲ, ਜਿਹੜੇ ਵੀ ਅਸੀਂ ਇੱਕ ਵਿਅਕਤੀ ਦੇ ਸਰੀਰ ਤੋਂ ਦੂਸਰੇ ਵਿਅਕਤੀ ਦੇ ਸਰੀਰ ਵਿੱਚ ਅਗਰ ਅਸੀਂ ਅੰਗ ਪਾਉਂਦੇ ਆ, ਟ੍ਰਾਂਸਪਲਾਂਟ ਕਰਦੇ ਜਿਹਨੂੰ ਕਹਿੰਦੇ, ਉਹਦੀ ਬੜੀ ਸਖਤ ਨਿਯਮ ਹੈਗੇ ਆ। ਜਿਵੇਂ ਕਿ ਬਲੱਡ ਰਿਲੇਸ਼ਨ ਦੇ ਵਿੱਚ, ਜਿਵੇਂ ਕਿ ਕੰਪੈਸ਼ਨੇਟ ਗਰਾਊਂਡ ਦੇ ਵਿੱਚ ਕਈ ਕਲੌਜ਼ ਹੈਗੇ ਆ। ਲੇਕਿਨ ਇਸ ਹਸਪਤਾਲ ਦੇ ਵਿੱਚ ਮਰੀਜ਼ ਜੰਮੂ ਕਸ਼ਮੀਰ ਦਾ ਹੈਗਾ, ਠੀਕ ਹੈ, ਤੇ ਜਿਹੜਾ ਕਿਡਨੀ ਦੇਣ ਵਾਲਾ ਉਹ ਯੂਪੀ ਦਾ ਹੈ। ਤੁਸੀਂ ਕਿਹਾ ਨਾ ਕਿ ਬੇਲ ਤੇ ਸੀਗੇ। ਦਰਸ਼ਕਾਂ ਨੂੰ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਅਮਿਤ ਜੀ ਨੇ ਪਹਿਲੇ ਕਿਹਾ ਕਿ ਇਹ ਕਈ ਗੱਲਾਂ ਨਿਕਲਦੀਆਂ ਸੀ। ਕਿਆ ਡਾਕਟਰ ਰਾਜੇਸ਼ ਅਗਰਵਾਲ ਨੂੰ ਬੇਲ ਮਿਲ ਚੁੱਕੀ ਹੈ ਰੈਗੂਲਰ? ਤੇ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਸਾਡੇ ਕੁਝ ਐਸੇ ਡਾਕੂਮੈਂਟਸ ਆਏ ਹਨ, ਕੁਝ ਮਾਨਯੋਗ ਅਦਾਲਤ ਦੇ ਆਰਡਰਸ ਹਨ ਜਿਹੜੇ ਕਿ ਇਹ ਸਾਬਿਤ ਕਰ ਰਹੇ ਹਨ ਕਿ ਰਾਜੇਸ਼ ਅਗਰਵਾਲ ਨੂੰ ਜ਼ਮਾਨਤ ਨਹੀਂ ਮਿਲੀ ਹੈ। ਆਪਾਂ ਔਨ ਰਿਕਾਰਡ ਆਪਾਂ ਗੱਲ ਕਰ ਰਹੇ ਹਾਂ। ਬੜਾ ਵੱਡਾ ਤੁਸੀਂ ਗੱਲ ਕਰ ਰਹੇ ਹੋ। ਮੇਰੇ ਇੱਥੇ ਬੈਠੇ ਪਸੀਨੇ ਛੁੜਾਤੇ ਤੁਸੀਂ ਕਹਿ ਰਹੇ ਹੋ ਵੀ ਡਾਕਟਰ ਰਾਜੇਸ਼ ਅਗਰਵਾਲ ਜ਼ਮਾਨਤ ਤੇ ਨਹੀਂ ਹੈਗੇ, ਪਰ ਉਹ ਤੇ ਬਾਹਰ ਘੁੰਮ ਰਹੇ ਨੇ, ਕੰਮ ਕਰ ਰਹੇ ਨੇ, ਆਪਰੇਸ਼ਨ ਕਰ ਰਹੇ ਨੇ, ਤੇ ਜ਼ਮਾਨਤ ਤੇ ਨਹੀਂ, ਫਿਰ ਕਿੱਦਾਂ ਘੁੰਮ ਸਕਦੇ? HNI TV 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡਾ ਕੁਮਾਰ ਅਮਿਤ। ਜਲੰਧਰ ਦੀ ਆਪਾਂ ਗੱਲ ਕਰੀਏ ਤੇ ਕੁਝ ਸਾਲ ਪਹਿਲੇ ਨਾ ਕੇਵਲ ਜਲੰਧਰ ਬਲਕਿ ਪੂਰੇ ਦੇਸ਼ ਨੂੰ ਇੱਕ ਇਹੋ ਜਿਹੇ ਕਾਂਡ ਨੇ ਹਿਲਾ ਕੇ ਰੱਖ ਦਿੱਤਾ ਵੀ ਜਿਸ ਦੇ ਨਾਲ ਪੂਰਾ ਦਾ ਪੂਰਾ ਸਿਸਟਮ ਹਿਲ ਕੇ ਰਹਿ ਗਿਆ। ਸਾਡਾ ਜਿਹੜਾ ਹੈਲਥ ਸਿਸਟਮ ਸੀਗਾ, ਕਿਡਨੀ ਕਾਂਡ। ਜੀ ਹਾਂ, ਕਿਡਨੀ ਕਾਂਡ ਬੜਾ ਹੀ ਫੇਮਸ ਮਸ਼ਹੂਰ ਕਾਂਡ, ਜਿਹਦੇ ਵਿੱਚ ਕਿ ਗਲਤ ਢੰਗ ਦੇ ਨਾਲ ਕੁਝ ਡਾਕਟਰਾਂ ਦੁਆਰਾ ਕਿਡਨੀ ਦੀ ਖਰੀਦ ਫਰੋਖਤ ਕਰਨਾ ਔਰ ਬਕਾਇਦਾ ਉਹਨਾਂ ਦੇ ਜਿਹੜੇ ਆਪਰੇਸ਼ਨਸ ਕਰਨਾ, ਇਹ ਸਾਹਮਣੇ ਆਇਆ ਔਰ ਇਹ ਮਾਮਲਾ ਹਾਲੀ ਵੀ ਕਿਤੇ ਨਾ ਕਿਤੇ ਚੱਲਦਾ ਪਿਆ ਹੈ ਜੀ। ਇਸ ਕਾਂਡ ਦੇ ਵਿੱਚ
ਅਹਿਮ ਇੱਕ ਨਾਮ ਉੱਭਰ ਕੇ ਸਾਹਮਣੇ ਆਇਆ ਜਲੰਧਰ ਦੇ ਇੱਕ ਬਹੁਤ ਹੀ ਮਸ਼ਹੂਰ ਡਾਕਟਰ ਰਾਜੇਸ਼ ਅਗਰਵਾਲ ਦਾ, ਜਿਹੜੇ ਕਿ ਇਸ ਵੇਲੇ ਮੌਜੂਦਾ ਟਾਈਮ ਦੇ ਉੱਪਰ ਮਾਨਯੋਗ ਅਦਾਲਤ ਵੱਲੋਂ ਜ਼ਮਾਨਤ ਦੇ ਉੱਪਰ ਚੱਲ ਰਹੇ ਨੇ। ਇਹਨਾਂ ਦੀ ਇਸ ਜ਼ਮਾਨਤ ਨੂੰ ਲੈ ਕੇ ਕਈ ਇੱਦਾਂ ਦੀਆਂ ਗੱਲਾਂ ਸਾਹਮਣੇ ਆਈਆਂ ਚੌਂਕਾਉਣ ਵਾਲੀਆਂ ਵੀ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਏਗੀ। ਇਹ ਕੀ ਮਾਮਲਾ ਹੈ? ਪਹਿਲੇ ਕਿਡਨੀ ਕਾਂਡ ਕੀ ਸੀ, ਡਾਕਟਰ ਰਾਜੇਸ਼ ਅਗਰਵਾਲ ਦੀ ਕੀ ਭੂਮਿਕਾ ਸੀ, ਉਹਨਾਂ ਦੀ ਜ਼ਮਾਨਤ ਦਾ ਕੀ ਮਾਮਲਾ ਹੈ, ਔਰ ਇਸ ਵੇਲੇ ਜਿਹੜਾ ਨਵਾਂ ਇੱਕ ਖੁਲਾਸਾ ਹੋਇਆ ਹੈ ਉਹ ਕੀ ਹੈ, ਇਸ ਬਾਰੇ ਅੱਜ ਅਸੀਂ ਗੱਲ ਕਰਾਂਗੇ। ਮੇਰੇ ਸਾਥੀ ਰਵੀ ਰੌਣਕਰ ਜਿਹੜੇ ਕਿ ਮੈਡੀਕਲ ਬੀਟ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕਵਰੇਜ ਕਰ ਰਹੇ ਨੇ ਔਰ ਕਿਡਨੀ ਕਾਂਡ ਨੂੰ ਲੈ ਕੇ ਇਹਨਾਂ ਨੇ ਬਹੁਤ ਹੀ ਗਹਿਰਾਈ ਦੇ ਵਿੱਚ, ਬਹੁਤ ਹੀ ਡੈਪਥ ਦੇ ਵਿੱਚ ਕਵਰੇਜ ਕੀਤੀ ਸੀ ਔਰ ਇਹਨਾਂ ਦੇ ਕੋਲ ਕੁਝ ਨਵੇਂ ਫੈਕਟਸ ਆਏ ਨੇ ਜਿਨ੍ਹਾਂ ਬਾਰੇ ਅੱਜ ਅਸੀਂ ਗੱਲ ਕਰਾਂਗੇ। ਰਵੀ ਜੀ ਸਵਾਗਤ ਹੈ ਤੁਹਾਡਾ। ਥੈਂਕ ਯੂ ਅਮਿਤ ਜੀ। ਰਵੀ ਜੀ ਪਹਿਲੇ ਤੇ ਦੱਸੋ ਵੀ ਕਿਡਨੀ ਕਾਂਡ ਮੇਰੇ ਕੋਲ ਉਹਨਾਂ ਦਰਸ਼ਕਾਂ ਲਈ ਵੈਸੇ ਤਾਂ ਸਾਰਿਆਂ ਨੂੰ ਪਤਾ ਹੈ ਪਰ ਬਰੀਫ ਦੇ ਵਿੱਚ ਵੀ ਕਿਡਨੀ ਕਾਂਡ ਕੀ ਸੀ, ਕਦੋਂ ਇਹ ਸਾਹਮਣੇ ਆਇਆ ਤੇ ਕੀ ਮਾਮਲਾ ਸੀਗਾ? ਅਮਿਤ ਜੀ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਕਿ ਇੱਕ 30 ਜੁਲਾਈ ਦੀ ਗੱਲ ਹੈ 2015 ਜੀ, ਹੈ ਨਾ, 6 ਸਾਲ ਪੁਰਾਣੀ ਗੱਲ ਹੈ ਜੀ। ਉਦੋਂ ਕੀ ਹੋਇਆ ਕਿ ਅਚਾਨਕ ਹੀ ਇੱਕਦਮ ਤੋਂ ਹਲਚਲ ਮਚੀ ਔਰ ਪਤਾ ਲੱਗਾ ਜੀ ਕੋਈ ਕਿਡਨੀ ਵੇਚਦੇ ਬੰਦੇ ਫੜੇ ਗਏ ਜੀ, ਕਿਡਨੀ ਵੇਚਣ ਆਏ ਸੀ ਬੰਦੇ ਯੂਪੀ ਤੋਂ, ਉਹ ਫੜੇ ਗਏ ਹੈ। ਇਹ ਮਾਮਲਾ ਸੀਗਾ ਡਾਕਟਰ ਰਾਜੇਸ਼ ਅਗਰਵਾਲ ਜਿਹੜੇ ਕਿ ਬੜੇ ਸੀਨੀਅਰ ਯੂਰੋਲੋਜਿਸਟ ਹਨ ਔਰ ਕਿਡਨੀ ਦੇ ਟ੍ਰਾਂਸਪਲਾਂਟ ਦੇ ਬੜੇ ਤਗੜੇ ਮਾਹਿਰ। ਉਹਨਾਂ ਦਾ ਪੂਰੇ ਹਿੰਦੁਸਤਾਨ 'ਚ ਬਹੁਤ ਤੂਤੀ ਬੋਲਦੀ ਉਹਨਾਂ ਦੀ, ਵਿਦੇਸ਼ਾਂ 'ਚ ਵੀ ਨਾਮ ਹੈ ਉਹਨਾਂ ਦਾ। ਵਿਦੇਸ਼ਾਂ 'ਚ ਨਾਮ ਹੈਗਾ, ਅਫਰੀਕਾ, ਏਸ਼ੀਆ ਕੰਟੀਨੈਂਟ 'ਚ ਸ਼ਾਇਦ ਕੋਈ ਦੇਸ਼ ਹੋਏਗਾ ਜਾਂ ਫਿਰ ਉਹ ਤਾਂ ਬਹੁਤ ਦੂਰ ਤੱਕ ਉਹ ਕਿਡਨੀ ਟ੍ਰਾਂਸਪਲਾਂਟ ਕਰਨ ਵਾਸਤੇ ਜਾਂਦੇ ਹਨ। ਇਹ ਮਤਲਬ ਇਹ ਐਕਵਾਇਰਡ ਨੌਲੇਜ ਹੈ ਜੋ ਮੇਰੇ ਕੋਲ ਹੈ। ਡਾਕਟਰ ਦਾ ਨਾਮ ਆਇਆ, ਡਾਕਟਰ ਦੀ ਕੋਆਰਡੀਨੇਟਰ ਦਾ ਨਾਮ ਆਇਆ, ਡਾਕਟਰ ਦੇ ਬਾਕੀ ਸਹਿਯੋਗੀਆਂ ਦਾ ਨਾਮ ਆਇਆ। ਆਹਿਸਤਾ ਪਤਾ ਲੱਗਾ ਕਿ ਜਲੰਧਰ ਦੇ ਨੈਸ਼ਨਲ ਕਿਡਨੀ ਹਸਪੀਟਲ ਦੇ ਵਿੱਚ, ਜਿਹੜਾ ਕਿ ਅਦਾਲਤ ਦੇ ਬਿਲਕੁਲ ਸਾਹਮਣੇ ਆ, ਜੀ ਠੀਕ ਹੈ, ਸੀਗਾ, ਹੁਣ ਤਾਂ ਉੱਥੇ ਕੁਝ ਹੋਰ ਹੀ ਚੱਲ ਰਿਹਾ ਜੀ। ਉੱਥੇ ਤਕਰੀਬਨ ਮਤਲਬ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਕੋਈ ਮਰੀਜ਼ ਦਾ ਰਿਸ਼ਤੇਦਾਰ ਨਹੀਂ ਹੈਗਾ, ਉਹਦੀ ਕਿਡਨੀ ਵੀ ਪਾ ਰਹੇ ਸੀ। ਕਿਉਂਕਿ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਹੋਟਾ ਹੈ, ਇਹ ਜਿਹੜਾ ਹੈ ਇਹ ਦ ਟ੍ਰਾਂਸਪਲਾਂਟੇਸ਼ਨ ਆਫ ਹਿਊਮਨ ਆਰਗਨਸ ਐਂਡ ਟਿਸ਼ੂਜ਼ ਐਕਟ ਬਕਾਇਦਾ ਬਣਿਆ ਹੋਇਆ ਹੈ, ਜਿਹਦੇ ਵਿੱਚ ਅੱਖਾਂ ਤੋਂ ਲੈ ਕੇ ਕਿਡਨੀ, ਲੀਵਰ, ਦਿਲ, ਜਿਹੜੇ ਵੀ ਅਸੀਂ ਇੱਕ ਵਿਅਕਤੀ ਦੇ ਸਰੀਰ ਤੋਂ ਦੂਸਰੇ ਵਿਅਕਤੀ ਦੇ ਸਰੀਰ ਵਿੱਚ ਅਗਰ ਅਸੀਂ ਅੰਗ ਪਾਉਂਦੇ ਆ, ਟ੍ਰਾਂਸਪਲਾਂਟ ਕਰਦੇ ਜਿਹਨੂੰ ਕਹਿੰਦੇ, ਉਹਦੀ ਬੜੇ ਸਖਤ ਨਿਯਮ ਹੈਗੇ ਆ। ਜਿਵੇਂ ਕਿ ਬਲੱਡ ਰਿਲੇਸ਼ਨ ਦੇ ਵਿੱਚ, ਜਿਵੇਂ ਕਿ ਕੰਪੈਸ਼ਨੇਟ ਗਰਾਊਂਡ ਦੇ ਵਿੱਚ ਕਈ ਕਲੌਜ਼ ਹੈਗੇ ਆ। ਲੇਕਿਨ ਇਸ ਹਸਪਤਾਲ ਦੇ ਵਿੱਚ ਮਰੀਜ਼ ਜੰਮੂ ਕਸ਼ਮੀਰ ਦਾ ਹੈਗਾ, ਠੀਕ ਹੈ, ਤੇ ਜਿਹੜਾ ਕਿਡਨੀ ਦੇਣ ਵਾਲਾ ਉਹ ਯੂਪੀ ਦਾ ਹੈ। ਜੰਮੂ ਕਸ਼ਮੀਰ ਵਾਲਾ ਬੰਦਾ ਜਿਹੜਾ ਉਹ ਹਿੰਦੂ ਹੈ, ਯੂਪੀ ਵਾਲਾ ਬੰਦਾ ਜਿਹੜਾ ਮੁਸਲਮਾਨ ਹੈ। ਦੋਨਾਂ ਦਾ ਕੋਈ ਰਿਲੇਸ਼ਨ ਮਤਲਬ ਕਈ ਕੁਝ ਹੋ ਰਿਹਾ ਸੀ ਹਾਈ ਲੈਵਲ ਤੇ, ਪੈਸਾ ਚੱਲ ਰਿਹਾ ਸੀ ਜੀ। ਤੇ ਜੁਨੈਦ ਅਹਿਮਦ ਨਾਮ ਦਾ ਬੰਦਾ ਇਹਨਾਂ ਨੇ ਫੜਿਆ, ਜੁਲਾਈ 2015 ਦੀ ਗੱਲ ਹੈ। ਫਿਰ ਆਹਿਸਤਾ ਪਰਤ ਦਰ ਪਰਤ ਖੁੱਲੀ ਰਹੀ। ਮੈਂ ਉਸ ਵਕਤ ਨੈਸ਼ਨਲ ਨਿਊਜ਼ਪੇਪਰ ਦੇ ਵਿੱਚ ਹੀ ਸੀਗਾ ਤੇ ਉਦੋਂ ਆਪਣੇ ਕ੍ਰਾਈਮ ਰਿਪੋਰਟਰ ਸੇ ਕਵਰ ਕਰ ਰਹੇ ਸੀ। ਲੇਕਿਨ ਜਦੋਂ ਇਹ ਮੈਡੀਕਲ ਚੀਜ਼ਾਂ ਹੁੰਦੀ ਹੈ ਕਿ ਮੇਰੇ ਐਡੀਟਰ ਨੇ ਮੈਨੂੰ ਇਨਵੋਲਵ ਕਰਤਾ। ਉਹਨਾਂ ਨੇ ਸਾਡੇ ਨਿਊਜ਼ ਰੂਮ ਦੇ ਵਿੱਚ ਇੱਕ SIT ਬਣਾਈ, ਜਿਹਦੇ ਵਿੱਚ ਮੈਂ ਔਰ ਕ੍ਰਾਈਮ ਰਿਪੋਰਟਰ ਸੀਗੇ ਔਰ ਸਾਡੇ ਐਡੀਟਰ ਸਾਹਿਬ ਸੀਗੇ। ਦੈਨ ਵੀ ਗੋ ਥਰੂ ਆਲ ਡਿਟੇਲਸ, ਤੇ ਜਿਹਦੇ ਗੱਲਾਂ ਨਿਕਲੀਆਂ ਤਾਂ ਬਹੁਤ ਕੁਝ ਨਿਕਲਿਆ ਅਮਿਤ ਜੀ। ਇਹ ਕਾਂਡ ਜਿਹੜਾ ਸੀਗਾ, ਇਹਦੇ ਤਾਂ 4-5 ਬੰਦੇ ਹੀ ਜਿਹੜੇ ਆ ਉਹ ਸ਼ਾਰਟਲਿਸਟ ਹੋ ਪਾਏ ਸੀ ਕਿ ਇਹਨਾਂ ਨੇ ਇਹ ਪਕੜੇ ਗਏ, ਔਰ ਅਣਗਿਣਤ ਦਾ ਕੋਈ ਵੀ ਰਿਕਾਰਡ ਨਹੀਂ ਹੈ। ਬਹੁਤ ਵੱਡੇ ਲੈਵਲ ਤੇ, ਮਤਲਬ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹੋ ਨੈਸ਼ਨਲ ਲੈਵਲ ਕੀ ਰੈਕਟ ਸੀ, ਬਹੁਤ ਵੱਡਾ ਰੈਕਟ ਸੀਗਾ ਇਹਦੇ ਵਿੱਚ। ਤੇ ਪਰ ਇਹ ਗੱਲ ਦੱਸੋ ਵੀ ਇਹਦੇ ਵਿੱਚ ਡਾਕਟਰ ਰਾਜੇਸ਼ ਅਗਰਵਾਲ ਨੂੰ ਸਜ਼ਾ ਤੇ ਨਹੀਂ ਹੋਈ ਕਿ ਹੋ ਚੁੱਕੀ ਹੈ? ਦੇਖੋ ਜੀ, ਜਸਟ ਹੁਣੇ ਹੀ ਚਾਰਜ ਸ਼ੀਟ ਜਿਹੜੀ ਹੈ 2 ਮਹੀਨੇ ਪਹਿਲਾਂ ਹੀ ਚਾਰਜ ਸ਼ੀਟ ਜਿਹੜੀ ਹੈ ਉਹ ਦਾਖਲ ਹੋ ਗਈ। ਇਹ ਮਾਮਲਾ ਹਾਲੀ ਮਾਨਯੋਗ ਅਦਾਲਤ ਦੇ ਵਿੱਚ ਚੱਲ ਰਿਹਾ ਹੈ। ਲੇਕਿਨ ਅਭੀ ਜਿਹੜਾ ਅਸੀਂ ਅੱਜ ਡਿਸਕਸ ਕਰ ਰਹੇ ਹਾਂ ਉਹ ਤੁਸੀਂ ਕਿਹਾ ਨਾ ਕਿ ਬੇਲ ਤੇ ਸੀਗੇ। ਦਰਸ਼ਕਾਂ ਨੂੰ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਅਮਿਤ ਜੀ ਨੇ ਪਹਿਲੇ ਕਿਹਾ ਕਿ ਇਹ ਕਈ ਗੱਲਾਂ ਨਿਕਲਦੀਆਂ ਕਿ ਕਿਆ ਡਾਕਟਰ ਰਾਜੇਸ਼ ਅਗਰਵਾਲ ਨੂੰ ਬੇਲ ਮਿਲ ਚੁੱਕੀ ਹੈ ਰੈਗੂਲਰ। ਤੇ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਸਾਡੇ ਕੁਝ ਐਸੇ ਡਾਕੂਮੈਂਟਸ ਆਏ ਹਨ, ਕੁਝ ਮਾਨਯੋਗ ਅਦਾਲਤ ਦੇ ਆਰਡਰਸ ਹਨ ਜਿਹੜੇ ਕਿ ਇਹ ਸਾਬਿਤ ਕਰ ਰਹੇ ਹਨ ਕਿ ਰਾਜੇਸ਼ ਅਗਰਵਾਲ ਨੂੰ ਜ਼ਮਾਨਤ ਨਹੀਂ ਮਿਲੀ ਹੈ। ਮਤਲਬ ਕੀ ਗੱਲ ਕਹਿ ਰਹੇ? ਨਹੀਂ, ਇੱਕ ਮਿੰਟ ਰਵੀ ਜੀ ਪਲੀਜ਼, ਆਪਾਂ ਔਨ ਰਿਕਾਰਡ ਆਪਾਂ ਗੱਲ ਕਰ ਰਹੇ ਹਾਂ। ਬੜਾ ਵੱਡਾ ਤੁਸੀਂ ਗੱਲ ਕਰ ਰਹੇ ਹੋ, ਮੇਰੇ ਇੱਥੇ ਬੈਠੇ ਪਸੀਨੇ ਛੁੜਾਤੇ ਤੁਸੀਂ ਕਹਿ ਰਹੇ ਹੋ ਵੀ ਡਾਕਟਰ ਰਾਜੇਸ਼ ਅਗਰਵਾਲ ਜ਼ਮਾਨਤ ਤੇ ਨਹੀਂ ਹੈਗੇ, ਪਰ ਉਹ ਤੇ ਬਾਹਰ ਘੁੰਮ ਰਹੇ ਨੇ, ਕੰਮ ਕਰ ਰਹੇ ਨੇ, ਆਪਰੇਸ਼ਨ ਕਰ ਰਹੇ ਨੇ, ਤੇ ਜ਼ਮਾਨਤ ਤੇ ਨਹੀਂ, ਫਿਰ ਕਿੱਦਾਂ ਘੁੰਮ ਸਕਦੇ ਨੇ? ਦੇਖੋ ਜੀ, ਜਿਹੜੀ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਹੈ, ਉਹਦੇ ਹੀ ਲੀਡਰ ਦਾ ਇਹ ਬਿਆਨ ਹੈ। ਉਹ ਖੁਦ ਕਹਿ ਰਹੇ ਆ ਕਿ
ਇਸ ਕੇਸ ਦੇ ਵਿੱਚ ਮੈਂ ਉਸ ਪੜ੍ਹਨਾ ਚਾਹਾਂਗਾ। ਮਤਲਬ ਕਿ ਜਿਹੜੀ ਮਾਨਯੋਗ ਅਦਾਲਤ ਦੇ ਵਿੱਚੋਂ ਕਿਹਾ ਜਾ ਰਿਹਾ ਵੀ ਸਾਨੂੰ ਰੈਗੂਲਰ ਬੇਲ ਮਿਲ ਗਈ। ਇੱਕ ਹੁੰਦਾ, ਦੇਖੋ ਰਵੀ ਜੀ ਪਹਿਲੇ ਗੱਲ ਕਲੀਅਰ ਕਰ ਲਓ, ਇਹ ਤਾਂ ਨਹੀਂ ਕਿਤੇ ਉਹਨਾਂ ਨੂੰ ਅਰੈਸਟ ਮਿਲੀ ਹੋਈ ਹੈ, ਇੱਕ ਟੈਂਪਰੇਰੀ ਰਿਲੀਫ ਮਿਲੀ ਹੋਈ ਹੈ। ਦੇਖੋ ਪਹਿਲੇ ਇੰਟਰਮ ਬੇਲ ਮਿਲੀ ਸੀਗੀ, ਐਂਟੀਸਪੇਟਰੀ ਬੇਲ ਮਿਲੀ ਸੀ ਉਹਨਾਂ ਨੂੰ। ਐਂਟੀਸਪੇਟਰੀ ਬੇਲ ਉਹਨਾਂ ਨੂੰ ਇੱਥੋਂ ਕੋਰਟ ਤੋਂ ਮਿਲ ਗਈ, ਲੇਕਿਨ ਸਰਕਾਰੀ ਵਕੀਲਾਂ ਨੂੰ ਚੈਲੰਜ ਕੀਤਾ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਉਹ ਬੇਲ ਜਿਹੜੀ ਹੈ ਉਹ ਖਾਰਿਜ ਕਰ ਦਿੱਤੀ। ਉਸ ਤੋਂ ਬਾਅਦ ਰਾਜੇਸ਼ ਅਗਰਵਾਲ ਦਾ ਰਸੂਖ ਬਹੁਤ ਵੱਡਾ ਹੈ, ਬਹੁਤ ਹਾਈਲੀ ਕਨੈਕਟਡ ਡਾਕਟਰ ਹੈ, ਕਿਉਂਕਿ ਤੁਹਾਨੂੰ ਪਤਾ ਕਿ ਕਿਡਨੀ ਟ੍ਰਾਂਸਪਲਾਂਟ ਦਾ ਸਰਜਨ ਔਰ ਲੱਖਾਂ ਰੁਪਏ ਬਾਰੇ ਨੇ ਆ ਰਹੇ ਆ ਜੀ। ਹਾਤਾ ਜੀ ਬਹੁਤ ਸ਼ਫਾ, ਮਤਲਬ ਆਪਣੇ ਕੰਮ ਦੇ ਵਿੱਚ ਕਿਹਾ ਜਾਂਦਾ ਕਿ ਬਹੁਤ ਮਾਹਿਰ ਹਨ ਉਹ, ਔਰ ਮਤਲਬ ਉਹਨਾਂ ਦੇ ਲੈਵਲ ਦੇ ਬੜੇ ਕੈਟੇਗਰੀਜ਼ ਹੈਗੇ ਇੰਡੀਆ ਦੇ ਵਿੱਚ। ਇਹ ਗੱਲ ਹੈਗੀ ਹੈ, ਮਤਲਬ ਟੈਕਨੀਕਲੀ ਹੀ ਇਜ਼ ਅ ਵੈਰੀ ਗੁੱਡ ਟ੍ਰਾਂਸਪਲਾਂਟ ਸਰਜਨ। ਸੋ ਉਹਨਾਂ ਨੇ ਫਿਰ ਵਕੀਲ ਹਾਇਰ ਕੀਤਾ, ਕਾਂਗਰਸ ਦੇ ਲੀਡਰ ਕਪਿਲ ਸਿੱਬਲ। ਦੈਨ ਦੇ ਵੈਂਟ ਟੂ ਸੁਪਰੀਮ ਕੋਰਟ, ਆਨਰੇਬਲ ਸੁਪਰੀਮ ਕੋਰਟ, ਦੀ ਹਾਈਐਸਟ ਕੋਰਟ ਆਫ ਆਰ ਕੰਟਰੀ। ਉੱਥੇ ਇਹਨਾਂ ਨੇ ਕਿਹਾ ਕਿ ਜੀ ਦੇਖੋ ਜੀ ਸਾਨੂੰ ਤਾਂ ਰੈਗੂਲਰ ਬੇਲ ਇੱਥੋਂ ਮਿਲੀ ਹੋਈ ਹੈ ਆਪਣੇ ਲੋਅਰ ਕੋਰਟ ਤੋਂ, ਤੇ ਹਾਈ ਕੋਰਟ ਨੇ ਦੇਖੋ ਜੀ ਸਾਡੀ ਤਾਂ ਬੇਲ ਉਹ ਕਰਤੀ। ਦੈਨ ਹਾਈ ਕੋਰਟ ਨੇ ਕਿਹਾ ਕਿ ਅਗਰ ਤਾਂ ਇਹਨਾਂ ਨੂੰ ਰੈਗੂਲਰ ਬੇਲ ਮਿਲ ਗਈ ਹੈ, ਫਿਰ ਹਾਈ ਕੋਰਟ ਨੇ ਕਿਉਂ ਬੇਲ ਇਹਨਾਂ ਦੀ ਇਹਦੀ ਬੇਲ ਖਾਰਿਜ ਕੀਤੀ। ਦਰਸ਼ਕੋ ਇਹੀ ਤਾਂ ਗੱਲ ਹੈ। ਲੇਕਿਨ ਹੁਣ ਜੋ ਆਇਆ ਹੈ ਅਮ੍ਰਿਤਾ ਸਿੰਘ PCS ਚੀਫ ਜੁਡੀਸ਼ੀਅਲ ਮੈਜਿਸਟ੍ਰੇਟ NRI ਕੇਸਿਸ ਜਲੰਧਰ 15/2/2021 ਲੇਟੈਸਟ 2 ਮਹੀਨੇ ਪਹਿਲੇ ਦਾ। ਸੁਣੋ ਉਹਦੇ ਵਿੱਚ ਕੀ ਕਹਿ ਰਹੇ। ਇਹਦੇ ਵਿੱਚ ਸਟੇਟਮੈਂਟ ਆਈ ਹੈ ਜੀ ਬਰਜਿੰਦਰ ਸਿੰਘ ਅਹਿਮਦ ਕੋਰਟ ਦੇ ਜਿਹੜੇ ਅਦਾਲਤ ਦੇ ਅਹਿਮਦ ਜਿਹੜੇ ਹੁੰਦੇ ਨਾ ਜੀ, ਜਿਹੜੇ ਕੋਰਟ ਦੇ ਵਿੱਚ ਉਹਨਾਂ ਦਾ ਸਾਰਾ ਰਿਕਾਰਡ ਮੇਨਟੇਨ ਕਰਦੇ ਔਰ ਸਾਰਾ ਦੇਖਦੇ ਨੇ। ਹਾਂਜੀ, ਉਹ ਕਹਿ ਰਹੇ ਨੇ ਬਰਿੰਦਰ ਸਿੰਘ stated that I have brought the summoned record pertaining to the bearing CHI number 1510/2015 titled as State versus Junaid Ahmed। Junaid Ahmed ਕਿਡਨੀ ਵੇਚਣ ਆਇਆ ਸੀ, ਮੇਨ ਉਹਦੇ ਉੱਪਰ ਹੀ ਸੀਗਾ ਸਾਰਾ। ਹਾਂਜੀ, ਐਂਡ ਅਦਰਸ, ਠੀਕ ਹੈ, ਅਦਰਸ ਦੇ ਵਿੱਚ ਡਾਕਟਰ ਸੀਗੇ, ਬਟ ਆਬਵੀਅਸ ਆ ਬਾਅਦ ਚ ਆਏ। I have seen certified copies of the orders dated 10 August 2016 and 11 November 2016 passed by the court of Shri Ashish Abrol, the then CJM Jalandhar, which are XCJ and XC2, XC1 and XC2, exhibit C1 or exhibit C2 जी, which are true copies prepared of the original record brought by me today the court. There is no order for regular bail of Dr. Rajesh Agarwal in the case registered via FI number 123 dated 30th July 2015, police station division number 7 Jalandhar, under section 419, 465, 467, 468, 471, 420, 120B of IPC and 18, 19, 20 of Transplantation of Human Organs Act in case titled as State versus Junaid Ahmed and others. So Ahmed ਕਹਿ ਰਹੇ ਹਨ ਰੈਗੂਲਰ ਬੇਲ। ਪਰ ਰਵੀ ਜੀ ਇਹ ਅਹਿਮਦ ਸੀਗੇ ਉਹਨਾਂ ਦੇ ਨਾਲ ਆਸ਼ੀਸ਼ ਅਬਰੋਲ ਜੀ ਦੀ ਕੋਰਟ ਦੇ ਵਿੱਚ, ਜਿਹੜੇ ਕਿ ਉਸ ਵੇਲੇ ਬਤੌਰ ਅਹਿਮਦ ਉਹਨਾਂ ਨਾਲ ਲੱਗੇ ਹੋਏ ਸੀਗੇ, ਤੈਨਾਤ ਸੀਗੇ। ਔਰ ਉਸ ਵੇਲੇ ਜਦੋਂ ਕੇਸ ਦਾ ਆਰਡਰ ਹੋਇਆ, ਜਦੋਂ ਇੰਟੈਰਿਮ ਬੇਲ ਮਿਲੀ, ਐਂਟੀਸਪੇਟਰੀ ਬੇਲ ਮਿਲੀ, ਉਸ ਵੇਲੇ ਦੀ ਇਹ ਜ਼ਿਕਰ ਕਰ ਰਹੇ ਨੇ। ਸਰਟੀਫਾਈਡ ਕਾਪੀਜ਼ ਇਹ ਦੂਸਰੀ ਕੋਰਟ 'ਚ ਲੈ ਕੇ ਗਏ, ਮਾਨਯੋਗ ਅਦਾਲਤ ਜਿਹੜੀ ਅਮ੍ਰਿਤਾ ਸਿੰਘ ਜੀ ਦੀ ਅਦਾਲਤ 'ਚ ਲੈ ਕੇ ਗਏ। ਤੇ ਇੱਥੋਂ ਅਗਰ ਇਹ ਕਹਿ ਰਹੇ ਵੀ ਰੈਗੂਲਰ ਬੇਲ ਨਹੀਂ ਮਿਲੀ, ਤੇ ਫਿਰ ਲੈਪਸ ਕਿੱਥੇ ਹੋ ਗਿਆ? ਅਮਿਤ ਜੀ, ਇਹ ਕੰਪਲੇਂਟ ਇੱਕ ਕਿਸੇ ਨੇ ਉਹਨਾਂ ਦੀ ਜਿਹੜੀ ਬੇਲ ਹੈ ਨਾ, ਉਹਨੂੰ ਚੈਲੰਜ ਕੀਤਾ ਸੀ। ਪ੍ਰਵੀਨ ਕੁਮਾਰ ਕੰਪਲੇਨੈਂਟ ਹਨ, ਇਹਨਾਂ ਨੇ ਚੈਲੰਜ ਕੀਤਾ ਸੀ ਕਿ ਭਾਈ ਇਹਨਾਂ ਨੂੰ ਬੇਲ ਨਹੀਂ ਮਿਲਦੀ। ਮਤਲਬ ਇਹ ਕਿਤੇ ਕੰਪਲੇਂਟ ਚੱਲ ਰਹੀ ਹੈ ਕੋਰਟ ਦੇ ਵਿੱਚ ਵੀ ਡਾਕਟਰ ਰਾਜੇਸ਼ ਅਗਰਵਾਲ ਨੂੰ ਰੈਗੂਲਰ ਬੇਲ ਨਹੀਂ ਮਿਲੀ, ਔਰ ਉਹ ਬਾਹਰ ਜਿਹੜਾ ਹੈਗੇ ਨੇ ਉਹ ਬਿਨਾਂ ਰੈਗੂਲਰ ਬੇਲ ਦੇ ਬਾਹਰ ਕੰਮ ਰਹੇ ਨੇ ਜਾਂ ਕੰਮ ਕਰ ਰਹੇ ਨੇ। ਦੈਟ ਇਜ਼ ਵਾਇਲੇਸ਼ਨ ਆਫ ਦੀ ਕੋਰਟ ਆਰਡਰਸ। ਬਿਲਕੁਲ ਜੀ, ਬਿਲਕੁਲ। ਇਹ ਤਾਂ ਮਤਲਬ ਵਕੀਲ ਸਾਹਿਬ ਵੀ ਦੱਸਣਗੇ ਕਿ ਇਹ ਚ ਕੰਟੈਂਪਟ ਆਫ ਕੋਰਟ ਔਰ ਹੋਰ ਵੀ ਕਈ ਸਾਰਾ ਚਲੋ ਅਸੀਂ ਆਪਾਂ ਲੀਗਲ ਤੇ ਉਹੀ ਦੱਸ ਸਕਦੇ ਬੈਟਰ। ਚੀਜ਼ ਹੋਰ ਸਮਝ ਜਾਂਦਾ ਕਿ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਹੈ ਉਹਦੇ ਵਿੱਚ ਜਦੋਂ ਸੁਪਰੀਮ ਕੋਰਟ ਨੇ ਇਹ ਕਿਹਾ ਕਿ in the meantime the petitioner shall not be arrested, ਉਹਦੇ ਉੱਪਰ ਦੀ ਚੀਜ਼ ਦੱਸਣ ਦਾ it is pointed out by Mr. Kapil Sibal, learned
senior counsel appearing for the petitioner that on 10th August 2016 the petitioner was granted regular bail by the trial court. However, ਟ੍ਰਾਇਲ ਕੋਰਟ ਮੀਨਸ ਰਵੀ ਸ਼ਬਰੋਲ ਜੀ ਦੀ ਕੋਰਟ ਜਿਹਦੇ ਬਾਰੇ ਗੱਲ ਹੋ ਰਹੀ ਹੈ। yes, मतलब वही है. However, curiously, this bail order was made subject to the orders of the High Court in CRMM number, आगे number है गया है, which was a petition filed by the petitioner for anticipatory bail. His submission is that once charge sheet was filed and after the petitioner had surrendered, उन्होंने surrender करता सी 7 नंबर थाने दे विच surrendered, the trial court had granted regular bail. The petition for anticipatory bail had become infructuous. ਇਨਫੈਕਸ਼ਸ ਹੋ ਗਈ ਕਿਉਂ? ਕਿਉਂਕਿ Infructuous, and there was no need for the High Court to pass any orders thereupon. So, अगर लोअर कोर्ट तो ट्रायल कोर्ट तो अगर रेगुलर बेल नहीं मिली राजेश अग्रवाल ਨੂੰ, ਫਿਰ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਕਿੱਦਾਂ ਕਹਿਤਾ, ਕਿਸ ਬੇਸਿਸ ਤੇ ਕਹਿਤਾ? ਦਿਸ ਇਜ਼ ਦਾ ਪੁਆਇੰਟ, ਮੀਨਸ ਕਿਆ ਐਕਚੁਅਲ ਕੰਪਲੇਂਟ ਦਾ ਜਿਹੜਾ ਮਸੌਦਾ ਹੈ ਉਹ ਇਹ ਹੈ ਵੀ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਹਨੇਰੇ 'ਚ ਰੱਖਿਆ ਗਿਆ, ਮਿਸਲੈਡ ਕੀਤਾ ਗਿਆ, ਮਿਸ ਰਿਪਰੈਜ਼ੈਂਟੇਸ਼ਨ ਦਿੱਤੀ ਗਈ, ਔਰ ਜਿਹੜੀ ਕਿ ਰੈਗੂਲਰ ਬੇਲ ਨਹੀਂ ਮਿਲੀ ਸੀ ਥਰਡੀ ਅਦਾਲਤ ਤੋਂ, ਨਿਚਲੀ ਅਦਾਲਤ ਤੋਂ, ਉਹਨੂੰ ਜਿਹੜੀ ਇੰਟੈਰਿਮ ਬੇਲ ਸੀ ਜਾਂ ਐਂਟੀਸਿਪੇਟਰੀ ਬੇਲ, ਉਹਨੂੰ ਹੀ ਰੈਗੂਲਰ ਬੇਲ ਟ੍ਰੀਟ ਕਰਤਾ ਗਿਆ। ਯੈਸ, ਇਹ ਕਿੱਦਾਂ ਹੋ ਗਿਆ, ਇਹ ਕਿਸ ਤਰ੍ਹਾਂ ਹੋਇਆ, ਇਹ ਸਵਾਲੀਆ ਨਿਸ਼ਾਨ ਹੈ। ਲੇਕਿਨ ਦਰਸ਼ਕੋ ਇਹ ਤਾਂ ਦੱਸ ਦਈਏ ਕਿ ਇਹ ਬਹੁਤ ਸੰਗੀਨ ਮਾਮਲਾ ਹੈ, ਬਹੁਤ ਜ਼ਿਆਦਾ ਸੰਗੀਨ ਮਾਮਲਾ। ਔਰ ਇਸ ਵਕਤ ਇਹ ਤੁਸੀਂ ਖੁਦ ਸੋਚੋ ਕਿ 2015 ਜੁਲਾਈ ਦੇ ਵਿੱਚ ਇਹ ਰੈਕਟ ਦਾ ਭੰਡਾ ਫੋੜ ਕੀਤਾ ਜਾਂਦਾ। ਆਈ ਥਿੰਕ ਮਿਸਟਰ ਨਵਦੀਪ ਸਿੰਘ ਵਾਸ ਦਾ ਐਸਐਚਓ। ਨਵਦੀਪ ਸਿੰਘ ਵਾਸ ਦਾ ਐਸਐਚਓ ਡਿਵੀਜ਼ਨ ਨੰਬਰ 7 ਐਟ ਦੈਟ ਟਾਈਮ। ਆਈ ਰਿਮੈਂਬਰ। ਯੈਸ। ਤੇ ਉਸ ਵਕਤ ਇਹਨਾਂ ਨੇ, ਮੈਂ ਤੁਹਾਨੂੰ ਦੱਸਾਂ ਕਿ ਜਦੋਂ ਅਸੀਂ ਇਹ ਕੇਸ ਪਰਸੂ ਕਰ ਰਹੇ ਸੀ, ਰਿਪੋਰਟਿੰਗ ਕਰ ਰਹੇ ਥੇ, ਅਸੀਂ ਪਿਛਲੇ ਕਿਡਨੀ ਕਾਂਡ ਦੇ ਵਿੱਚ ਵੀ ਗਏ। ਮੈਂ ਥੋੜਾ ਬਰੀਫ ਕਰਨਾ ਇਸ ਕੇਸ ਨਾਲ ਜੁੜਿਆ ਗਿਆ, ਲੇਕਿਨ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਚੱਲਦਾ ਕਿਹਦੇ ਕੰਮ। ਉਹਦੇ ਵਿੱਚ 5 ਡਾਕਟਰਾਂ ਨੂੰ, ਡਾਕਟਰ ਗਰੋਵਰ ਔਰ ਬਾਕੀ ਕਈ ਡਾਕਟਰਸ ਹੈਗੇ, ਅੰਮ੍ਰਿਤਸਰ ਦੇ 2 ਡਾਕਟਰ, ਇੱਕ ਡਾਕਟਰ ਮੋਹਾਲੀ ਦੇ ਸੀਗੇ ਡਾਕਟਰ ਬੁਟਾਨੀ, ਇਹ ਕਨਵਿਕਟ ਹੋ ਚੁੱਕੇ ਸੀ ਉਹਦੇ ਵਿੱਚ। ਲੇਕਿਨ ਪੰਜਾਬ ਮੈਡੀਕਲ ਕਾਉਂਸਲ ਨੇ ਇਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਰੱਦ ਨਹੀਂ ਕੀਤੀ ਸੀ। ਦੈਨ ਵੀ ਆਲਸੋ ਪਰਸੂ ਦੈਟ ਸਟੋਰੀ ਐਂਡ ਵੀ ਮੇਕ ਸ਼ੋਰ ਦੈਟ ਇਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਸਸਪੈਂਡ ਕੀਤੀ ਜਾਵੇ। ਸੋ ਦਰਸ਼ਕੋ ਇਹਦੇ ਵਿੱਚ ਲੈਪਸ ਰਿਹਾ। ਹੁਣ ਡਾਕਟਰ ਅਗਰਵਾਲ ਹੁਣ ਅਗਲੀ ਜਿਹੜੀ ਤਰੀਕ ਆਈ ਮਈ ਦੇ ਵਿੱਚ ਉਹ ਪਈ ਹੈ। ਹੁਣ ਮਈ ਦੇ ਵਿੱਚ ਕਿਉਂਕਿ ਚਾਰਜ ਸ਼ੀਟ ਦਾਖਲ ਹੋ ਗਈ ਹੈ, ਚਾਰਜ ਸ਼ੀਟ ਹੁਣ ਦਾਖਲ ਹੋ ਚੁੱਕੀ ਹੈ। ਐਕਚੁਅਲ ਕਿਡਨੀ ਕਾਂਡ ਦੀ ਜਿਹੜੀ ਚਾਰਜ ਸ਼ੀਟ ਹੈ ਉਹ ਵੀ ਦਾਇਰ ਹੋ ਗਈ ਹੈ, ਪਲੱਸ ਰੈਗੂਲਰ ਬੇਲ ਮਿਲੀ ਜਾਂ ਨਹੀਂ ਮਿਲੀ ਜਿਹੜੀ ਕਿ ਕੁਐਸਚਨੇਬਲ ਹੈ, ਉਹਨੂੰ ਲੈ ਕੇ ਵੀ ਇੱਕ ਸ਼ਿਕਾਇਤ ਜਿਹੜੀ ਹੈ ਮਾਨਯੋਗ ਅਦਾਲਤ ਚਲੀ ਗਈ ਹੈ। ਔਰ ਉੱਥੇ ਜਿਹੜੇ ਪ੍ਰੀਲਿਮਿਨਰੀ ਜਿਹੜੇ ਉਹਦੇ 'ਚ ਤੱਥ ਸਾਹਮਣੇ ਆਏ ਹੈ, ਜਿਹੜੇ ਕਿ ਤੁਸੀਂ ਕਹਿ ਰਹੇ ਹੋ ਵੀ ਇੱਕ ਕੋਰਟ ਦੇ ਹੀ ਆਫੀਸਰ, ਜਿਹੜੇ ਕੋਰਟ ਦੇ ਕਰਮਚਾਰੀ ਨੇ ਅਹਿਮਦ, ਉਹਨਾਂ ਨੇ ਬਕਾਇਦਾ ਤੌਰ ਤੇ ਦੂਸਰੀ ਕੋਰਟ ਦੇ ਵਿੱਚ ਆਪਣਾ ਬਿਆਨ ਦਰਜ ਕਰਾ ਕੇ ਇਹ ਕਹਿ ਦਿੱਤਾ ਹੈ ਵੀ ਇਹਨਾਂ ਨੂੰ ਰੈਗੂਲਰ ਬੇਲ ਨਹੀਂ ਸੀ ਮਿਲੀ। ਅਗਰ ਰੈਗੂਲਰ ਬੇਲ ਨਹੀਂ ਮਿਲੀ ਆ ਕੋਰਟ ਦੇ ਹੀ ਅਗਰ ਇੱਕ ਕਰਮਚਾਰੀ ਇਹ ਗੱਲ ਕਹਿ ਰਹੇ ਹੈ ਤੇ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ, ਛੋਟੀ ਗੱਲ ਨਹੀਂ ਹੈ। ਔਰ ਦਰਸ਼ਕੋ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਜੇ ਇਹ ਮਾਮਲਾ ਵਾਕਈ ਜਿਸ ਤਰ੍ਹਾਂ ਰਵੀ ਜੀ ਦੱਸ ਰਹੇ ਨੇ, ਅਗਰ ਇਹ ਉਸੇ ਤਰੀਕੇ ਦੇ ਨਾਲ ਉੱਭਰ ਕੇ ਸਾਹਮਣੇ ਆਉਂਦਾ ਹੈ ਤੇ ਮੈਂ ਇਹ ਸਮਝੂੰਗਾ ਵੀ ਇਹ ਮਾਮਲਾ ਨਾ ਕੇਵਲ ਜਲੰਧਰ, ਨਾ ਕੇਵਲ ਪੰਜਾਬ, ਬਲਕਿ ਪੂਰੇ ਹਿੰਦੁਸਤਾਨ ਦੇ ਵਿੱਚ ਆਪਣੇ ਆਪ 'ਚ ਇੱਕ ਅਨੂਠਾ ਮਾਮਲਾ ਹੋਏਗਾ, ਜਿਸ ਦੇ ਵਿੱਚ ਕਿ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਵੀ ਮਿਸਲੈਡ ਕਰਕੇ ਮਿਸ ਇਨਫੋਰਮੇਸ਼ਨ ਦੇ ਕੇ ਇੱਕ ਨਾਰਮਲ ਜਿਹੜੀ ਆਪਣਾ ਇੰਟੈਰਿਮ ਬੇਲ ਸੀ ਉਹਨੂੰ ਰੈਗੂਲਰ ਬੇਲ ਦੱਸ ਕੇ ਇੱਕ ਵਿਅਕਤੀ ਵੱਲੋਂ ਆਪਣੀ ਜਿਹੜੀ ਹੈ ਰੈਗੂਲਰ ਬੇਲ ਸ਼ੋਅ ਕਰਕੇ ਰਿਲੀਫ ਲੈ ਲਈ ਗਈ। ਵੈਸੇ ਇਹ ਮਾਮਲਾ ਕੀ ਹੈ, ਇਹਦੀ ਸੱਚਾਈ ਕੀ ਹੈ, ਇਹਦੇ ਬਾਰੇ ਅਸੀਂ ਜਿਹੜਾ ਇਸ ਵੇਲੇ ਮੌਜੂਦਾ ਕੇਸ ਲੜ ਰਹੇ ਨੇ ਐਡਵੋਕੇਟ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ, ਉਹਨਾਂ ਦੀ ਗੱਲਬਾਤ ਵੀ ਤੁਹਾਨੂੰ ਦਿਖਾਵਾਂਗੇ। ਇਸ ਮਾਮਲੇ 'ਚ ਅੱਗੇ ਕੀ ਸਾਹਮਣੇ ਉੱਭਰ ਕੇ ਚੀਜ਼ਾਂ ਆਉਂਦੀਆਂ ਉਹ ਵੀ ਦਿਖਾਵਾਂਗੇ। ਡਾਕਟਰ ਰਾਜੇਸ਼ ਅਗਰਵਾਲ ਦਾ ਇਸ ਮਾਮਲੇ 'ਚ ਕੀ ਕਹਿਣਾ ਹੈ, ਕਿਆ ਇਹ ਕੰਪਲੇਂਟ ਜਾਇਜ਼ ਹੈ, ਨਜਾਇਜ਼ ਹੈ, ਸੱਚੀ ਹੈ, ਝੂਠੀ ਹੈ, ਉਹਨਾਂ ਦੇ ਜਿਹੜੇ ਇਲਜ਼ਾਮ ਲੱਗ ਰਹੇ, ਇੰਨੇ ਗੰਭੀਰ ਇਲਜ਼ਾਮ ਲੱਗ ਰਹੇ ਨੇ, ਕਿਉਂਕਿ ਇੱਕ ਡਾਕਟਰ ਜਿਹੜਾ ਇੱਕ ਨੋਬਲ ਪ੍ਰੋਫੈਸ਼ਨ ਗਿਣਿਆ ਜਾਂਦਾ ਹੈ। ਅਗਰ ਹੋ ਸਕਦੀ ਹੈ ਤੇ ਬਹੁਤ ਵਧੀਆ, ਸਾਡੇ ਦਰਸ਼ਕਾਂ ਨੂੰ ਆਪਾਂ ਗੱਲ ਹੀ ਦਿਖਾ ਦਈਏ। हेलो जी डॉक्टर अग्रवाल, मैं रवि बात कर रहा हूँ जी, HNI से। जी डॉक्टर साहब, वो जो अपना किडनी कांड हुआ था, तो आर यू ऑन रेगुलर बेल? Yeah, I'm regular bail from Supreme Court. Then why Ahmed said that you are not on regular bail
एज पर देयर रिकॉर्ड्स दे नेवर गिव यू एनी रेगुलर बेल। मतलब उन्होंने तो साफ कह दिया ना सर, जो जस्टिस अमिता सिंह की जो कोर्ट है उसमें, क्या कह दिया उन्होंने? तो उन्होंने बयान दिया है ना सर कि आपको रेगुलर बेल नहीं दी गई थी। नहीं वही तो सवाल है, लेकिन ट्रायल कोर्ट तो कह रहा है, उनके रिकॉर्ड्स तो कह रहे हैं, उनके एम्प्लॉइज तो कह रहे हैं कि नहीं आपने तो रेगुलर बेल। हाँ जी, हेलो, तो बताइए सर कि मतलब ये आपने मतलब क्या सुप्रीम कोर्ट में आपने ऐसा कहा कि हमें रेगुलर बेल मिल चुकी है, जबकि ट्रायल कोर्ट तो कह, वी हैव ऑलरेडी चेक्ड इट, वी हैव गॉन थ्रू द जजमेंट, देन व्हाई यू, तो आपने झूठ क्यों बोला सर? मेरा सवाल ये है, मतलब इतना सेंसिटिव I'm asking you, आपने मिसलेड क्यों किया कोर्ट को? Are you talking on behalf of Amita Singh? No, I'm talking on the behalf of the public. Which public? I'm a journalist. Go and file a PIL. Already a PIL has been Public, you file a PIL. already वो तो पिटीशन परवीन कुमार ने डाल रखी है। तो ठीक है, go and seek the relief from the court. If you are aggrieved party. It's my duty to take your version. मैं आपका तो पक्ष जाना चाहता हूँ ना सर, क्योंकि किडनी कांड is a very sensitive matter. You cannot take version like this. You cannot make a false allegation. Okay. That I'm talking on behalf of Pankaj Trivedi. I fully know this. sir, I'm not talking about. That brother Parveen is an employee of Pankaj Trivedi. That also I know very well. What you are talking? सर मैं तो किडनी कार्ड पहले भी कवर करता रहा हूँ, मैं तो 6 साल पहले भी किया था। Working like an agent of Dr. Pankaj Trivedi. You are not talking like a. Okay. Tell us. Then why he put so many allegations on you? I am not bound to answer any of your questions. Whatever you want to ask, you ask from the court. Okay. Thank you. लेकिन जरा सोचो कि 6 साल पहला इतना ਵੱਡਾ किडनी कांड होया जिन्हें पूरे हिंदुस्तान ਨੂੰ ਹਿਲਾ ਕੇ ਰੱਖ ਦਿੱਤਾ, ਜਿਹਦੇ ਵਿੱਚ ਸੁਪਰੀਮ ਕੋਰਟ ਤੱਕ ਡਾਕਟਰ ਅਗਰਵਾਲ ਗਏ और कपिल सिब्बल वर्गे बड़े महंगे वकील, उन्होंने बड़े ही सीनियर वकील हैं जी और बड़े फेमस वकील हैं। सीनियर फेमस एवरीबॉडी नोज, बट इतने बड़े जी। वकील थे और इधर ਦੇ ਫੈਕਟਸ ਉੱਤੇ ਸ਼ੋ ਕੀਤੇ ਕਿ ਵੀ ਗॉट ਦ ਰੈਗੂਲਰ ਬੇਲ। ਸੋ ਇਹ ਆਉਣ ਵਾਲੇ ਟਾਈਮ ਦੇ ਵਿੱਚ ਦਰਸ਼ਕੋ ਇਹਦੀ ਜਿਹੜਾ ਅਮਿਤ ਜੀ ਨੇ ਪਹਿਲੇ ਕਿਹਾ ਕਿ ਅਸੀਂ ਪਰ ਇਸ ਪੂਰੇ ਕੇਸ ਨੂੰ ਖੋਲਾਂਗੇ और जिन्होंने भी मानव अंगा की तस्करी की है उन्होंने पूरी तरह बेनकाब करांगे। नमस्कार।